ਜਿੱਥੇ ਹੁਣ ਦੀ ਹਵੇਲੀ ਹੈ ਸਿੱਧੂ ਦੀ, ਉਹਦੇ ਸਾਹਮਣੇ ਇੱਕ ਸਿੱਧੂ ਦੇ ਪੁਰਾਣੇ ਪਿੰਡ ਦੇ ਮਿੱਤਰ ਦਾ ਘਰ ਹੈ ਜੀ। ਔਰ ਉਸ ਘਰ ਦੇ ਬਾਹਰ 3 CCTV ਕੈਮਰੇ ਲੱਗੇ ਹੈ। ਇਹ ਕੈਮਰੇ ਕਿਉਂਕਿ ਕਹਿੰਦੇ ਉਹ ਮੁੰਡਾ ਤਾਂ ਰਹਿੰਦਾ ਹੋਮਲੈਂਡ, ਇੱਥੇ ਤਾਂ ਉਹ ਰਹਿੰਦਾ ਨਹੀਂ। ਪਰਿਵਾਰ ਇਹ ਮੰਨਦਾ ਹੈ ਕਿ ਇਹ ਜਿਹੜੇ ਕੈਮਰੇ ਲਾਏ ਗਏ, ਇਹ ਕੈਮਰੇ ਸਿੱਧੂ ਦੀ ਰੈਕੀ ਕਰਨ ਵਾਸਤੇ ਲਾਏ ਗਏ। ਉਸ ਮੁੰਡੇ ਤੇ ਗਾਣੇ ਲੀਕ ਕਰਨ ਦਾ ਦੋਸ਼ ਲੱਗਦਾ ਹੈ। ਸਿੱਧੂ ਦੇ ਗਾਣੇ ਉਹਨੇ ਲੀਕ ਕੀਤੇ। ਕਮਰ, ਜੋਤੀ ਹੋਣੇ ਤੇ ਹੋਰ ਜਿਹੜੇ 2-3 ਜਾਣੇ ਨਾਲ ਸੀ, ਉਹਨਾਂ ਨੇ ਇੰਨਾ ਕੁ ਜ਼ਿਆਦਾ ਉਹਨੂੰ ਘੇਰ ਲਿਆ ਕਿ ਮਾਪਿਓ ਤੱਕ ਨੂੰ ਉਹ ਮਿਲ ਨਹੀਂ ਸੀ। ਤਾਂ ਉਹਨਾਂ ਨੇ ਕਦੇ ਹਿਸਾਬ ਵੀ ਨਹੀਂ ਉਹ ਕਹਿੰਦੇ ਦਿੱਤਾ ਕਿ ਮੈਂ ਹਿਸਾਬ ਮੰਗਿਆ ਤੇ ਮੈਨੂੰ ਕਦੇ ਹਿਸਾਬ ਨਹੀਂ ਉਹਨਾਂ ਨੇ ਦਿੱਤਾ। ਇਹ ਵੀ ਇੱਕ ਗੱਲ ਸਾਹਮਣੇ ਆਈ। 19 ਸ਼ੋਆਂ ਦਾ ਸਿਰਫ 9 ਲੱਖ ਰੁਪਇਆ ਸਿੱਧੂ ਕੋਲ ਪਹੁੰਚਿਆ, ਸਿੱਧੂ ਕੋਲੇ ਪਹੁੰਚਦਾ, ਬਾਕੀ ਪੈਸਾ ਨਹੀਂ ਪਹੁੰਚਦਾ। ਸਿੱਧੂ ਦੇ ਪਿਤਾ ਨੇ ਜਦੋਂ ਫਿਰ ਇਨਵੋਲਵਮੈਂਟ ਦਿੱਤੀ, ਫਿਰ ਉਹਨਾਂ ਨੂੰ ਇਹ ਲੱਗਿਆ ਕਿ ਇਹ ਗੜਬੜ ਹੈ, ਕਿ ਪੈਸਾ ਕਿੱਥੇ ਜਾ ਰਿਹਾ ਹੈ। ਬਿਲਕੁਲ ਨਿਚੋੜ ਮੇਰੇ ਮੁੰਡੇ ਨੂੰ ਰਹੇ ਹੈ, ਲੇਕਿਨ ਇਹ ਪੈਸਾ ਜਾ ਕਿੱਥੇ ਰਿਹਾ। ਇਹ ਵੀ ਕਲੇਮ ਹੋਇਆ ਕਿ 2036 ਤੱਕ ਉਹ ਸਾਈਨ ਸੀਗਾ। ਕਿ ਇਹ ਗੱਲਾਂ ਕਲੀਅਰ ਹੋਣੀਆਂ ਚਾਹੀਦੀਆਂ ਸੋਸਾਇਟੀ ਅੱਗੇ, ਜਿਹੜੇ ਉਹਨੂੰ ਪਿਆਰ ਕਰਦੇ ਆ, ਕਿ ਜੋਤੀ ਹੋਣਾ ਕੋਲੇ ਸਿੱਧੂ ਸਾਈਨਡ ਸੀਗਾ। ਸਿੱਧੂ ਦੇ ਪਿਤਾ ਇਹ ਕਲੇਮ ਕਰਦੇ ਨੇ ਕਿ ਜੇ ਉਹਨੇ ਕਦੇ ਪਾਵਰ ਆਫ ਅਟਾਰਨੀ ਦੇਤੀ ਹੋਵੇ ਤਾਂ ਸਾਨੂੰ ਪਤਾ ਨਹੀਂ, ਪਰ ਉਹ ਸਾਈਨ ਨਹੀਂ ਹੋਇਆ। ਅੰਕਲ ਆਂਟੀ ਇਹ ਗੱਲ ਕਹਿੰਦੇ ਆ ਕਿ ਪਹਿਲਾ ਵੀਜ਼ਾ ਇਹਨਾਂ ਦੇ ਥਰੂ ਲੱਗਿਆ ਸੀ ਦੋਸਤਾਂ ਨੂੰ, ਉਹ ਰਿਜੈਕਟ ਹੋ ਗਿਆ ਸੀ। ਬਾਅਦ ਵਿੱਚ ਉਹ ਕਹਿੰਦੇ ਮੈਂ ਦੱਸਿਆ ਨਹੀਂ ਕਿਸੇ ਨੂੰ, ਮੈਂ ਕਿਸੇ ਨੂੰ ਹੀ ਨਹੀਂ ਦੱਸਿਆ, ਤੇ ਮੈਂ ਚੰਡੀਗੜ੍ਹ ਜਾ ਕੇ ਇੱਕ ਇਮੀਗ੍ਰੇਸ਼ਨ ਦੇ ਏਜੰਟ ਦੇ ਥਰੂ ਵੀਜ਼ਾ ਲਵਾਇਆ ਤੇ ਮੇਰਾ ਵੀਜ਼ਾ ਆ ਗਿਆ। ਤੇ ਉਹ ਜਦੋਂ ਜਾ ਕੇ ਉੱਥੇ ਪਹੁੰਚਦੇ ਤੇ ਉਹ ਕਹਿੰਦੇ ਹੈਰਾਨ ਹੋ ਗਏ ਵੀ ਇਹ ਕੀ ਗੱਲ ਬਣੀ ਵੀ, ਕਿ ਮਾਪਿਓ ਕਹਿੰਦੇ ਉਹ ਚਾਹੁੰਦੇ ਨਹੀਂ ਸੀ ਵੀ ਉਹ ਸਾਡੇ ਨੇੜੇ ਆਵੇ। ਬਾਅਦ ਚੋਂ ਦੱਸਦਾ ਵੀ ਮਾਤਾ ਆਪਣੇ ਪਿੱਛੇ ਇੱਥੇ ਬੰਦੇ ਲੱਗੇ ਹੋਏ ਆ, ਮਤਲਬ ਕਿ ਉਹਨੂੰ ਥ੍ਰੈਟ ਜਿਹੜੀ ਸੀ ਮਾਰਨ ਦੀ, ਉਹ ਕੈਨੇਡਾ 'ਚ ਵੀ ਸੀਗੀ। ਇਹ ਮਾਪਿਓ ਤਸਦੀਕ ਕਰ ਰਹੇ ਇਸ ਗੱਲ ਦੀ। ਮੱਕੜ ਸਾਹਿਬ, ਪਿਛਲੇ ਐਤਵਾਰ ਬਲਕੌਰ ਸਿੰਘ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਜੋ ਸੰਗਤ ਦੇ ਨਾਲ ਗੱਲਾਂ ਬਾਤਾਂ ਕੀਤੀਆਂ, ਉਸ ਦੇ ਵਿੱਚੋਂ ਕਿਹਨਾਂ ਦੋਸਤਾਂ ਦੀ ਗੱਲ ਕਰਕੇ ਗਏ ਨੇ ਤੇ ਕੁਝ ਇਸ਼ਾਰਾ ਵੀ ਕਰਕੇ ਗਏ ਨੇ ਕਿ ਕੁਝ ਖਾਸ ਅਜਿਹੇ ਲੋਕ ਸੀ ਜਿਹੜੇ ਮੂਸੇਵਾਲਾ ਦੇ ਨਾਲ ਰਹਿੰਦੇ ਸੀ ਪਰ ਉਹਦਾ ਚੰਗਾ ਨਹੀਂ ਚਾਹੁੰਦੇ ਸੀ। ਰਾਓ ਵਰਿੰਦਰ ਜੀ, ਇਹ ਪੂਰੀ ਕਹਾਣੀ ਜਿੱਥੋਂ ਅਸੀਂ ਪਹਿਲੇ ਦਿਨ ਤੋਂ ਜਦੋਂ ਸਿੱਧੂ ਮੂਸੇਵਾਲੇ ਦੇ ਉੱਤੇ ਪੂਰੀ ਸੀਰੀਜ਼ ਕਰਨੀ ਸ਼ੁਰੂ ਕੀਤੀ, ਸਿਆਸਤ ਲਾਈਵ 'ਚ ਅਸੀਂ ਕੀਤੀਆਂ, ਇਹ ਫਿਰ ਵਾਪਸ ਉੱਥੇ ਜਾ ਕੇ ਖੜ ਜਾਂਦੀ ਹੈ। ਸਿੱਧੂ ਦੇ ਨਾਲ ਉਹ ਕਰੀਬੀ ਰਹੇ ਜਿਹੜੇ, ਜਿਨ੍ਹਾਂ 'ਚ ਖਾਸ ਤੌਰ 'ਤੇ ਮੈਂ ਜੋਤੀ ਤੇ ਕਮਰ ਹੋਣਾ ਦਾ ਨਾਮ ਲਿਆ ਸੀਗਾ। ਕੁਛ ਇਸ਼ਾਰਾ ਸਿੱਧੂ ਮੂਸੇਵਾਲੇ ਦੇ ਪਰਿਵਾਰ ਦਾ, ਉਹਨਾਂ ਦੇ ਪਿਤਾ ਦਾ, ਉਹਨਾਂ ਦੋਹਾਂ ਦੇ ਵੱਲ ਹੈ। ਤੁਸੀਂ ਦੇਖੋ ਕਿ ਲਾਰੈਂਸ ਬਿਸ਼ਨੋਈ ਦਾ ਨਾਮ ਆਇਆ ਕਿ ਲਾਰੈਂਸ ਨੇ ਸਿੱਧੂ ਨੂੰ ਮਰਵਾਤਾ, ਗੋਲਡੀ ਬਰਾੜ ਨੇ ਸਭ ਕੁਝ ਕੀਤਾ ਤੇ ਸਿੱਧੂ ਮਾਰਿਆ ਗਿਆ। ਪਰ ਇਹਦਾ ਕਨੈਕਸ਼ਨ ਕਿੱਥੇ ਜਾ ਕੇ ਜੁੜਦਾ ਹੈ? ਸਿੱਧੂ ਦਾ ਪਰਿਵਾਰ ਉਸ ਗੱਲ ਦਾ ਇਨਸਾਫ ਚਾਹੁੰਦਾ ਹੈ। ਅੱਜ ਲਾਰੈਂਸ, ਗੋਲਡੀ ਬਰਾੜ ਜਾਂ ਫਿਰ ਜਿਹੜੇ ਮਾਰੇ ਗਏ, ਜਿਨ੍ਹਾਂ ਨੇ ਮਾਰਿਆ ਮੁੰਡਿਆਂ ਨੇ, ਉਹਦਾ ਅਸੀਂ ਸਾਰਿਆਂ ਨੇ ਨਾਮ ਦੇਖ ਲਿਆ, 2 ਦਾ ਐਨਕਾਊਂਟਰ ਹੋ ਗਿਆ, ਬਾਕੀ ਫੜੇ ਗਏ। ਸਿੱਧੂ ਦੇ ਪਰਿਵਾਰ ਨੂੰ ਉਸ ਗੱਲ ਨਾਲੋਂ ਵੱਧ ਦਿਲ ਦੇ ਅੰਦਰ ਜੇ ਦਰਦ ਹੈ ਤਾਂ ਉਹ ਇਹ ਹੈ ਕਿ ਪੂਰਾ ਜਾਲ ਪਿਛਲੇ 4 ਸਾਲਾਂ ਦੇ ਦੌਰਾਨ ਜੋ ਵਿਛਿਆ, ਉਹ ਬੰਦਿਆਂ ਦਾ ਨਾਮ ਹੀ ਨਹੀਂ ਆ ਰਿਹਾ ਇਹਦੇ ਵਿੱਚ। ਪਹਿਲੀ ਗੱਲ ਇਹ ਹੈ। ਹੁਣ ਜੋਤੀ ਤੇ ਕਮਰ ਬਾਰੇ ਸਿੱਧੂ ਦੇ ਪਿਤਾ ਨਾਲ ਮੇਰੀ ਇਸ ਬਾਰੇ ਗੱਲ ਹੋਈ ਤੇ ਉਹਨਾਂ ਨੇ ਇਸ ਗੱਲ ਪਿੱਛੇ ਮੈਂ 1-2 ਸਵਾਲ ਉਹਨਾਂ ਨੂੰ ਕੀਤੇ ਕਿ ਆਖਰ ਰੌਲਾ ਸ਼ੁਰੂਆਤ ਹੁੰਦੀ ਹੈ ਤਾਂ ਉਦੋਂ ਤੁਸੀਂ ਆਭਾਸ ਕਿਉਂ ਨਹੀਂ ਕੀਤਾ, ਤੁਹਾਨੂੰ ਉਦੋਂ ਕਿਉਂ ਨਹੀਂ ਲੱਗਿਆ ਕਿ ਚੀਜ਼ਾਂ ਖਰਾਬ ਹੋ ਰਹੀਆਂ। ਬੜੇ ਨਮੋਸ਼ ਹੋ ਕੇ ਉਹਨਾਂ ਨੇ ਕਿਹਾ ਕਿ ਸਿੱਧੂ ਨੂੰ ਇੱਕ ਦਿਨ ਦੋਨੋਂ ਜਾਣਿਆਂ ਨੇ, ਮਾਤਾ ਨੇ ਤੇ ਬਾਪੂ ਜੀ ਨੇ, ਪੁਰਾਣਾ ਘਰ ਸੀ ਹਵੇਲੀ 'ਚ, ਜੇ ਉਹ ਤਾਂ ਹੁਣ ਆਏ ਆ ਪੁਰਾਣੇ ਘਰੇ ਬੈਠ ਕੇ, ਕਹਿੰਦੇ ਇੱਕ ਦਿਨ ਅਸੀਂ ਇੰਨੇ ਪਰੇਸ਼ਾਨ ਹੋ ਗਏ, ਅਸੀਂ ਬਾਂਹ ਫੜ ਕੇ ਬਿਠਾ ਲਿਆ ਤੇ ਅਸੀਂ, ਕਹਿੰਦੇ ਮੈਂ ਝਿੜਕ ਕੇ ਕਿਹਾ ਕਿ
ਅਸੀਂ ਤੇਰੇ ਮਾਪਿਓ ਹੈਗੇ ਆ ਕਿ ਨਹੀਂ? ਕਾਰਨ ਇਹ ਸੀ ਕਿ ਪਹਿਲਾਂ ਇੰਨੇ ਸਾਲ ਉਹ ਕਾਲਜ 'ਚ ਪੜ੍ਹਿਆ, ਮਾਪਿਓ ਤੋਂ ਦੂਰ ਹੋ ਗਿਆ, ਪਹਿਲਾਂ ਕਦੇ ਦੂਰ ਨਹੀਂ ਹੋਇਆ ਸੀ। ਫਿਰ ਉਹ ਬਾਹਰ ਚਲਾ ਗਿਆ, ਜਦੋਂ ਵਾਪਸ ਆਇਆ ਤਾਂ ਉਹਦੇ ਅਰਾਊਂਡ ਉਹਨਾਂ ਨੌਜਵਾਨਾਂ ਨੇ ਜਿਹਦਾ ਤੁਸੀਂ ਸਵਾਲ ਕੀਤਾ ਹੈ, ਇਸ ਗੱਲ ਦੇ ਵਿੱਚ ਉਹਦਾ ਜਵਾਬ ਪਿਆ ਜੀ। ਕਮਰ, ਜੋਤੀ ਹੋਣੇ ਤੇ ਹੋਰ ਜਿਹੜੇ 2-3 ਜਾਣੇ ਨਾਲ ਸੀ, ਉਹਨਾਂ ਨੇ ਇੰਨਾ ਕੁ ਜ਼ਿਆਦਾ ਉਹਨੂੰ ਘੇਰ ਲਿਆ ਕਿ ਮਾਪਿਓ ਤੱਕ ਨੂੰ ਉਹ ਮਿਲ ਨਹੀਂ ਸੀ ਦਿੰਦੇ, ਸਮਾਂ ਹੀ ਨਹੀਂ ਸੀ ਦਿੰਦੇ। ਦਿਨ ਦੇ ਵਿੱਚ ਘੰਟਾ ਉਹ ਆਪਦੇ ਮਾਪਿਓ ਕੋਲੇ ਵੀ ਬੈਠ ਜੇ। ਔਰ ਸਿੱਧੂ ਨੇ ਤਕਰੀਬਨ 19 ਸ਼ੋਜ਼ ਜਦੋਂ ਵਾਪਸ ਆ ਕੇ ਲਾਏ, ਉਹਨਾਂ ਸ਼ੋਆਂ ਦਾ ਕੋਈ 80-85 ਲੱਖ ਜਾਂ 95 ਲੱਖ ਰੁਪਈਆ ਜਿਹੜਾ ਮਿਲਿਆ, ਉਹਦੇ ਚੋਂ ਸਿਰਫ 19 ਲੱਖ ਰੁਪਈਆ 9 ਲੱਖ ਰੁਪਈਆ ਮਾਫ ਕਰਨਾ 19 ਸ਼ੋਆਂ ਦਾ ਸਿਰਫ 9 ਲੱਖ ਰੁਪਈਆ ਸਿੱਧੂ ਕੋਲ ਪਹੁੰਚਿਆ, ਸਿੱਧੂ ਕੋਲੇ ਪਹੁੰਚਦਾ, ਬਾਕੀ ਪੈਸਾ ਨਹੀਂ ਪਹੁੰਚਦਾ। ਇਹ ਜੋਤੀ ਤੇ ਕਵਰ ਜੀ ਦੀ ਗੱਲ ਕਰ ਰਹੇ, ਕਿਉਂਕਿ ਦਰਸ਼ਕ ਕਈ ਵਾਰ ਬੰਦਾ ਭੁੱਲ ਵੀ ਜਾਂਦਾ, ਇਹ ਕੀ ਉਹੀ ਬੰਦੇ ਨੇ ਜਿਹਦੇ ਨਾਲ ਕੈਰੀਅਰ ਦੀ ਸ਼ੁਰੂਆਤ ਹੋਈ ਸੀ? ਦੋਸਤ ਸੀਗੇ, ਬਹੁਤ ਕਲੋਜ਼ ਦੋਸਤ ਸੀ ਸਿੱਧੂ ਦੇ ਜੀ। ਔਰ ਕਮਰ ਤਾਂ ਬਹੁਤ ਹੀ ਜ਼ਿਆਦਾ ਸਿੱਧੂ ਦੇ ਕਲੋਜ਼ੈਸਟ ਮਿੱਤਰਾਂ ਚੋਂ ਇੱਕ ਮਿੱਤਰ ਸੀਗਾ। ਪਰ ਜੋਤੀ ਦੇ ਨਾਲ ਸਿੱਧੂ ਸਾਈਨ ਹੁੰਦਾ, ਇਹ ਗੱਲ ਕਹੀ ਗਈ। ਸਿੱਧੂ ਦੇ ਪਿਤਾ ਇਹ ਕਲੇਮ ਕਰਦੇ ਨੇ ਕਿ ਜੇ ਉਹਨੇ ਕਦੇ ਪਾਵਰ ਆਫ ਅਟਾਰਨੀ ਦੇਤੀ ਹੋਵੇ ਤਾਂ ਸਾਨੂੰ ਪਤਾ ਨਹੀਂ, ਪਰ ਉਹ ਸਾਈਨ ਨਹੀਂ ਹੋਇਆ ਕਦੇ ਇਸ ਤਰੀਕੇ ਨਾਲ। ਤੁਹਾਡੇ ਧਿਆਨ ਹੋਣਾ, ਸਿੱਧੂ ਨੇ ਗਾਣਾ ਵੀ ਕੱਢਿਆ ਸੀ, ਸਾਈਨ ਟੂ ਗੋਡ, ਕਿ ਮੈਂ ਰੱਬ ਨਾਲ ਹੀ ਸਾਈਨ ਆ ਇਕੱਲਾ। ਹਾਲਾਂਕਿ ਜੋ ਮੈਨੂੰ ਪਤਾ ਲੱਗਿਆ ਕਿ ਇਹ ਵੀ ਕਲੇਮ ਹੋਇਆ ਕਿ 2036 ਤੱਕ ਉਹ ਸਾਈਨ ਸੀਗਾ। ਮਾਪਿਓ ਇਸ ਗੱਲ ਨੂੰ ਨਹੀਂ ਮੰਨਦੇ, ਉਹਨਾਂ ਦੇ ਮੁਤਾਬਿਕ ਉਹ ਫੇਕ ਡਾਕੂਮੈਂਟ ਹੈ ਜੇ ਹੈਗਾ ਤਾਂ। ਬਿਲਕੁਲ, ਕਿਉਂਕਿ ਉਹ ਕਹਿੰਦੇ ਕਿ ਕੋਈ ਵੀ ਆਰਟਿਸਟ ਕੋਈ ਸਾਲ 2 ਸਾਲ ਵਾਸਤੇ 3 ਸਾਲ ਵਾਸਤੇ ਸਾਈਨ ਹੋਊਗਾ, ਕੋਈ ਬੰਦਾ 20 ਸਾਲ ਵਾਸਤੇ ਥੋੜੀ ਸਾਈਨ ਹੋ ਜੂ ਕਿਸੇ ਨਾਲ, ਕਿ 36 ਤੱਕ ਸਾਈਨ ਦੀਆਂ ਜਿਹੜੀਆਂ ਗੱਲਾਂ ਆਈਆਂ। ਹੁਣ ਇਸ ਪੂਰੀ ਕਹਾਣੀ ਦੇ ਵਿੱਚ ਇਹ ਜ਼ਰੂਰ ਹੋਇਆ ਕਿ ਕਮਰ ਹੋਣਾ ਦੇ ਨਾਲ ਵਿਵਾਦ ਛਿੜਿਆ, ਔਰ ਸਿੱਧੂ ਬਾਰੇ ਕਿਹਾ ਗਿਆ ਕਿ ਕਮਰ ਕਹਿੰਦਾ ਸੀਗਾ, ਮਾਫ ਕਰਨਾ, ਜੋਤੀ ਹੋਣਾ ਦੇ ਨਾਲ, ਕਿ ਜੋਤੀ ਨਾਲ ਜੇ ਸਾਈਨ ਸੀ ਤਾਂ ਫਿਰ ਉਹ ਜੋਤੀ ਵਾਸਤੇ ਗੀਤ ਨਹੀਂ ਗਾ ਰਿਹਾ ਸੀਗਾ, ਪਰ ਉਹ ਇੰਡੀਆ ਆਉਂਦੇ ਆ, ਇੰਡੀਆ ਆ ਕੇ ਸ਼ੋਜ਼ ਲਾਉਂਦੇ ਆ। ਜੋਤੀ ਉਸ ਵੇਲੇ ਉਹਦੇ ਨਾਲ ਸੀਗਾ। ਈਵਨ ਕਿ ਮਨਕੀਰਤ ਔਲਖ ਇਹਨਾਂ ਨੂੰ ਜਿਹੜਾ ਪਿੰਡ ਲੈ ਕੇ ਆਉਂਦਾ, ਦੋਸਤੀ ਕਰਾਉਂਦਾ, ਸਾਰੀਆਂ ਗੱਲਾਂ ਜਗ ਜ਼ਾਹਰ ਸੀਗੀਆਂ। ਇਸ ਪੂਰੇ ਦੇ ਵਿੱਚ ਸਿੱਧੂ ਦੇ ਪਿਤਾ ਨੇ ਜਦੋਂ ਫਿਰ ਇਨਵੋਲਵਮੈਂਟ ਦਿਖਾਈ ਨਾ, ਫਿਰ ਉਹਨਾਂ ਨੂੰ ਇਹ ਲੱਗਿਆ ਕਿ ਗੜਬੜ ਹੈ, ਕਿ ਪੈਸਾ ਕਿੱਥੇ ਜਾ ਰਿਹਾ। ਬਿਲਕੁਲ, ਨਿਚੋੜ ਮੇਰੇ ਮੁੰਡੇ ਨੂੰ ਰਹੇ ਹੈ, ਲੇਕਿਨ ਇਹ ਪੈਸਾ ਜਾ ਕਿੱਥੇ ਰਿਹਾ? ਕਿਉਂਕਿ ਅਕਸਰ ਉਹ ਉਮਰ ਦਾ ਤਕਾਜ਼ਾ ਹੋ ਜਾਂਦਾ ਨਾ, ਐਕਸਪੀਰੀਅੰਸ ਦੇ ਹਿਸਾਬ ਦੇ ਨਾਲ। ਉਹਨਾਂ ਨੇ ਕਦੇ ਹਿਸਾਬ ਵੀ ਨਹੀਂ, ਉਹ ਕਹਿੰਦੇ, ਦਿੱਤਾ, ਕਿ ਮੈਂ ਹਿਸਾਬ ਮੰਗਿਆ ਤੇ ਮੈਨੂੰ ਕਦੇ ਹਿਸਾਬ ਨਹੀਂ ਉਹਨਾਂ ਨੇ ਦਿੱਤਾ। ਇਹ ਵੀ ਇੱਕ ਗੱਲ ਸਾਹਮਣੇ ਆਈ ਜੀ। ਤਾਂ ਇਹ ਬਹੁਤ ਵੱਡਾ ਇਸ਼ੂ ਹੈ ਕਿ ਜੇ ਦੇਖੋ ਤੁਸੀਂ, ਪਹਿਲੀ ਗੱਲ ਤਾਂ ਇਹ ਹੈ ਕਿ ਇਹ ਗੱਲਾਂ ਕਲੀਅਰ ਹੋਣੀਆਂ ਚਾਹੀਦੀਆਂ ਸੁਸਾਇਟੀ ਅੱਗੇ, ਜਿਹੜੇ ਉਹਨੂੰ ਪਿਆਰ ਕਰਦੇ ਹੈ, ਕਿ ਜੋਤੀ ਹੋਣਾ ਕੋਲੇ ਸਿੱਧੂ ਸਾਈਨਡ ਸੀਗਾ? ਜੇ ਸੀਗਾ ਤਾਂ ਕਿੰਨੇ ਸਾਲ ਵਾਸਤੇ ਸੀਗਾ? ਜੇ ਨਹੀਂ ਸੀਗਾ ਤਾਂ ਫਿਰ ਇਹ ਐਸੋਸੀਏਸ਼ਨ ਕਿਉਂ ਹੋ ਰਹੀ ਸੀ? ਜੇ ਉਹ ਪੰਜਾਬ ਆ ਕੇ 19 ਸ਼ੋਅ ਲਾ ਕੇ ਕਰੋੜ ਰੁਪਏ ਦੇ ਨੇੜੇ ਕਮਾਉਂਦੇ, ਤੇ ਸਿੱਧੂ ਦੇ ਪਰਿਵਾਰ ਮੁਤਾਬਕ 9 ਲੱਖ ਰੁਪਇਆ ਹੀ ਕਿਉਂ ਸਿੱਧੂ ਕੋਲੇ ਆਉਂਦਾ? ਬਾਕੀ ਪੈਸਾ ਕਿੱਥੇ ਜਾਂਦਾ? ਇਸ ਕਤਲ ਦੇ ਵਿੱਚ ਉਹਨਾਂ ਦੀ ਇਨਵੋਲਵਮੈਂਟ ਕੀ, ਇਹਦੀ ਜਾਂਚ ਹੋ ਜਾਣੀ ਚਾਹੀਦੀ ਹੈ। ਜੇ ਉਹ ਨਿਰਦੋਸ਼ ਨੇ ਤਾਂ ਉਹਨਾਂ ਨੂੰ ਨਿਰਦੋਸ਼ ਦੀ ਕਲੀਨ ਚਿੱਟ ਮਿਲ ਜੇ, ਜੇ ਉਹ ਕਿਤੇ ਦੋਸ਼ੀ ਨੇ ਤਾਂ ਫਿਰ ਉਹ ਇਹਦੇ ਵਿੱਚ ਉਹਨਾਂ ਨੂੰ ਉਹ ਸਜ਼ਾ ਮਿਲਣੀ ਚਾਹੀਦੀ ਹੈ ਜੋ ਹੋਈ ਹੈ। ਇਹ ਸਮਝ ਲਿਆ ਜਾਏ ਵੀ ਫਿਰ ਜਿਹੜੇ ਦੋਸਤਾਂ ਦੀ ਗੱਲ ਹੋ ਰਹੀ ਸੀ ਉਸ ਦਿਨ ਐਤਵਾਰ ਨੂੰ, ਇਹ ਕਿਤੇ ਨਾ ਕਿਤੇ ਉਹਨਾਂ ਦਾ ਜ਼ਿਕਰ ਜਿਹੜਾ ਉਹ ਪਿਤਾ ਕਰ ਰਹੇ ਸੀ। ਇੱਕ ਹੋਰ ਇੰਪੋਰਟੈਂਟ ਗੱਲ ਹੈ, ਕਿਉਂਕਿ ਬਹੁਤ ਸਾਰੀ ਕੜੀਆਂ ਦਰ ਕੜੀਆਂ ਜੁੜੀਆਂ ਹੋਈਆਂ। ਸਿੱਧੂ ਦੇ ਘਰ ਦੇ ਸਾਹਮਣੇ, ਬਿਲਕੁਲ ਜਿੱਥੇ ਹੁਣ ਦੀ ਹਵੇਲੀ ਹੈ ਸਿੱਧੂ ਦੀ, ਉਹਦੇ ਸਾਹਮਣੇ ਇੱਕ ਸਿੱਧੂ ਦੇ ਪੁਰਾਣੇ ਪਿੰਡ ਦੇ ਮਿੱਤਰ ਦਾ ਘਰ ਹੈ ਜੀ, ਬਿਲਕੁਲ ਸਾਹਮਣੇ ਹੈਗੇ 2-4 ਘਰ ਇੱਕਦਮ ਸਾਹਮਣੇ। ਔਰ ਉਸ ਘਰ ਦੇ ਬਾਹਰ 3 CCTV ਕੈਮਰੇ ਲੱਗੇ ਐ। ਪਰਿਵਾਰ ਇਹ ਮੰਨਦਾ ਕਿ ਇਹ ਕੈਮਰੇ, ਕਿਉਂਕਿ ਕਹਿੰਦੇ ਉਹ ਮੁੰਡਾ ਤਾਂ ਰਹਿੰਦਾ ਹੋਮਲੈਂਡ, ਇੱਥੇ ਤਾਂ ਉਹ ਰਹਿੰਦਾ ਨਹੀਂ ਜੀ, ਔਰ ਘਰ 'ਚ ਨਹੀਂ ਹੈਗਾ ਕੋਈ, ਤਾਂ ਫਿਰ ਉਹ ਕੈਮਰੇ ਕਿਉਂ ਲੱਗੇ ਹੋਏ ਆ? ਪਰਿਵਾਰ ਇਹ ਮੰਨਦਾ ਕਿ ਇਹ ਜਿਹੜੇ ਕੈਮਰੇ ਲਾਏ ਗਏ, ਇਹ ਕੈਮਰੇ ਸਿੱਧੂ ਦੀ ਰੈਕੀ ਕਰਨ ਵਾਸਤੇ ਲਾਏ ਗਏ, ਪਰਿਵਾਰ ਇਹ ਮੰਨਦਾ। ਹੁਣ ਉਸ ਨੌਜਵਾਨ ਦੀ ਐਸੋਸੀਏਸ਼ਨ ਦਾ ਵੀ ਬੜਾ, ਜਗਤਾਰ ਨਾਮ ਹੈ ਮੇਰੇ ਖਿਆਲ ਉਹਦਾ ਮੁੰਡੇ ਦਾ, ਔਰ ਉਸ ਨੌਜਵਾਨ ਦੇ ਉੱਤੇ ਦੋਸ਼ ਨੇ, ਪਰਿਵਾਰ ਇਹ ਗੱਲ ਕਹਿੰਦਾ ਹੈ ਕਿ ਉਹਨੇ 47 ਗਾਣੇ ਜਿਹੜੇ ਹੈ ਸਿੱਧੂ ਦੇ ਰਿਕਾਰਡਡ ਸੀਗੇ, ਜੋ ਇਹ ਦੋਸ਼ ਲੱਗਦਾ ਹੈ ਕਿ ਕਨਵਰ ਹੋਣਾ ਕੋਲੇ ਪਏ ਸੀਗੇ। ਉਸ ਮੁੰਡੇ ਤੇ ਗਾਣੇ ਲੀਕ ਕਰਨ ਦਾ ਦੋਸ਼ ਲੱਗਦਾ ਹੈ ਕਿ ਸਿੱਧੂ ਦੇ ਗਾਣੇ ਉਹਨੇ ਲੀਕ ਕੀਤੇ ਹੈ, ਔਰ ਦਰਖਾਸਤ ਵੀ ਦਿੱਤੀ ਜੀ ਸਿੱਧੂ ਦੇ ਪਿਤਾ ਨੇ ਕਿ ਮੇਰੇ ਬੇਟੇ ਦੇ ਗਾਣੇ ਜਿਹੜੇ ਉਹ
ਲੀਕ ਕੀਤੇ ਜਾ ਰਹੇ। ਹੂੰ ਮੈਨੂੰ ਇਹ ਗੱਲ ਵੀ ਪਤਾ ਲੱਗੀ ਕਿ ਇੱਕ ਵਾਰੀ ਸਟ੍ਰਾਈਕ ਵੀ ਵੱਜੀ ਸਿੱਧੂ ਮੂਸੇਵਾਲੇ ਦਾ ਚੈਨਲ ਹੈ ਜਿਹੜਾ ਉਹ 1 ਹਫ਼ਤੇ ਤੱਕ ਬੰਦ ਵੀ ਰਿਹਾ ਔਰ ਉਹ ਆਲਮੋਸਟ ਉੱਡ ਜਾਣਾ ਸੀਗਾ ਜੇ ਉਹ ਟੈਕਨੀਕਲੀ ਸੋਲਵ ਨਾ ਕਰ ਲੈਂਦੇ। ਇਸ ਤਰ੍ਹਾਂ ਦੀਆਂ ਗੱਲਾਂ ਵੀ ਪਾਸਟ ਦੇ ਵਿੱਚ ਹੁੰਦੀਆਂ ਰਹੀਆਂ। ਜੀ ਜੀ। ਸਿੱਧੂ ਦੀ ਮਾਤਾ ਦੇ ਮੁਤਾਬਿਕ ਉਹ ਜਦੋਂ ਕੈਨੇਡਾ ਸੀ ਤੇ ਮਾਤਾ ਕੈਨੇਡਾ ਗਏ ਸੀ ਉਹਨੂੰ ਮਿਲਣ ਵਾਸਤੇ। ਪਹਿਲਾਂ ਵੀਜ਼ਾ ਜਿਹੜਾ ਪਰਿਵਾਰ ਇਹ ਗੱਲ ਕਹਿੰਦਾ ਹੈ, ਅੰਕਲ ਆਂਟੀ ਇਹ ਗੱਲ ਕਹਿੰਦੇ ਆ ਕਿ ਪਹਿਲਾ ਵੀਜ਼ਾ ਇਹਨਾਂ ਦੇ ਥਰੂ ਲੱਗਿਆ ਸੀ ਦੋਸਤਾਂ ਦੇ, ਉਹ ਰਿਜੈਕਟ ਹੋ ਗਿਆ ਸੀ। ਓਕੇ। ਬਾਅਦ ਵਿੱਚ ਉਹ ਕਹਿੰਦੇ ਮੈਂ ਦੱਸਿਆ ਨਹੀਂ ਕਿਸੇ ਨੂੰ, ਮੈਂ ਕਿਸੇ ਨੂੰ ਹੀ ਨਹੀਂ ਦੱਸਿਆ ਤੇ ਮੈਂ ਚੰਡੀਗੜ੍ਹ ਜਾ ਕੇ ਇੱਕ ਇਮੀਗ੍ਰੇਸ਼ਨ ਦੇ ਏਜੰਟ ਦੇ ਥਰੂ ਵੀਜ਼ਾ ਲਵਾਇਆ ਤੇ ਮੇਰਾ ਵੀਜ਼ਾ ਆ ਗਿਆ। ਉੱਥੇ ਵੀ ਪਰਿਵਾਰ ਨੂੰ ਲੱਗਿਆ ਹੋਣਾ ਵੀ ਕਿਤੇ। ਇਹ ਸਿੱਧੂ ਦੇ ਪਿਤਾ ਦੀ ਗੱਲ ਹੈ। ਤੇ ਉਹ ਜਦੋਂ ਜਾ ਕੇ ਉੱਥੇ ਪਹੁੰਚਦੇ ਤੇ ਉਹ ਕਹਿੰਦੇ ਹੈਰਾਨ ਹੋ ਗਏ ਵੀ ਇਹ ਕੀ ਗੱਲ ਬਣੀ ਵੀ ਇਹ ਮਾਪਿਓ ਕਹਿੰਦੇ ਉਹ ਚਾਹੁੰਦੇ ਨਹੀਂ ਸੀ ਵੀ ਉਹ ਸਾਡੇ ਨੇੜੇ ਆਵੇ। ਤੇ ਉੱਥੇ ਜਦੋਂ ਕਹਿੰਦੇ ਅਸੀਂ ਉਤਰਨਾ ਸੀ ਤੇ ਜਦੋਂ ਸਿੱਧੂ ਮਿਲਿਆ ਤੇ ਇੱਕ ਸ਼ੁਭ ਨਾਂ ਦਾ ਮੁੰਡਾ ਉਹਨੂੰ ਮਿਲਣਾ ਚਾਹੁੰਦਾ ਸੀ ਉੱਥੇ। ਉਹ ਸਿੱਧੂ ਨੂੰ ਮਿਲਣਾ ਚਾਹੁੰਦਾ ਸੀ ਉੱਥੇ, ਉਹਦੇ ਫੋਨ ਆਉਂਦੇ ਸੀ। ਫਿਰ ਉਹਨੇ ਮਾਤਾ ਦਾ ਨੰਬਰ ਲੈ ਕੇ, ਕਿਉਂਕਿ ਸਿੱਧੂ ਫੋਨ ਨਹੀਂ ਚੱਕਦਾ ਸੀ, ਮਾਤਾ ਨੇ ਕਿਹਾ ਕਿ ਮੈਂ ਉਹਨੂੰ ਕਿਹਾ ਤੂੰ ਪੁੱਤ ਫੋਨ ਨਹੀਂ ਚੱਕਦਾ, ਕਹਿੰਦਾ ਨਹੀਂ ਆਪਾਂ ਇਹਦੇ ਨਾਲ ਗੱਲ ਨਹੀਂ ਕਰਨੀ। ਮਾਤਾ ਦਾ ਪਿੰਡੋਂ ਕਿਸੇ ਤੋਂ ਨੰਬਰ ਲੈ ਕੇ ਤੇ ਫਿਰ ਮਾਤਾ ਦੇ ਫੋਨ ਤੇ ਉੱਥੇ ਫੋਨ ਕੀਤਾ ਕੈਨੇਡਾ, WhatsApp ਦੇ ਉੱਤੇ ਕੀਤਾ ਜਾਂ ਜਿਵੇਂ ਵੀ ਕੀਤਾ ਕਿ ਅਸੀਂ ਮਿਲਣਾ ਚਾਹੁੰਦੇ ਹਾਂ। ਬਾਅਦ ਚੋਂ ਦੱਸਦਾ ਹੈ ਵੀ ਮਾਤਾ ਆਪਣੇ ਪਿੱਛੇ ਇੱਥੇ ਬੰਦੇ ਲੱਗੇ ਹੋਏ ਆ, ਮਤਲਬ ਕਿ ਉਹਨੂੰ ਥ੍ਰੈਟ ਜਿਹੜੀ ਸੀ ਮਾਰਨ ਦੀ ਉਹ ਕੈਨੇਡਾ 'ਚ ਵੀ ਸੀਗੀ। ਇਹ ਮਾਂ ਪਿਓ ਤਸਦੀਕ ਕਰ ਰਹੇ ਇਸ ਗੱਲ ਨੂੰ ਸ਼ੁਰੂਆਤੀ ਦੌਰ ਦੇ ਵਿੱਚ। ਅੱਜ ਤਾਂ ਅਸੀਂ 4 ਸਾਲ ਬਾਅਦ ਦੀ ਗੱਲ ਕਰ ਰਹੇ ਹਾਂ। ਫਿਰ ਜੇ ਇਹ ਗੱਲ ਕਹਿ ਦੇਣੀ ਸਿਰਫ ਕਿ ਵਿੱਕੀ ਮਿੰਡੂ ਖੇੜੇ ਦੇ ਕਰਕੇ, ਕਿਉਂਕਿ ਆਪਾਂ ਗੋਲਡੀ ਬਰਾੜ ਦਾ ਉਹ ਆਡੀਓ ਸੁਣਿਆ ਜਿੱਥੇ ਉਹ ਰਿਤੇਸ਼ ਲੱਖੀ ਹੋਣਾ ਦੇ ਨਾਲ ਵੀ ਗੱਲ ਕਰਦਾ ਔਰ ਉਹ ਵੀ ਪੁੱਛਦੇ ਆ, ਤਾਂ ਇੱਕ ਗੱਲ ਤਾਂ ਇਹ ਸਾਹਮਣੇ ਆਉਂਦੀ ਹੈ ਕਿ ਇਸ ਤੋਂ ਬਹੁਤ ਪਹਿਲਾਂ ਚੀਜ਼ਾਂ ਵਿਗੜੀਆਂ ਹੋਈਆਂ ਸੀਗੀਆਂ ਕਿ ਉਹ ਜਿਸ ਤਰੀਕੇ ਨਾਲ ਉਹ ਚੱਲ ਰਿਹਾ ਸੀਗਾ, ਰਾਈਜ਼ ਹੋ ਰਿਹਾ ਸੀ, ਇਹ ਬਰਦਾਸ਼ਤ ਨਹੀਂ ਹੋ ਰਿਹਾ। ਹੁਣ ਉਹਦੇ ਪਿਤਾ ਇਹ ਗੱਲ ਕਹਿੰਦੇ ਨੇ ਕਿ ਜੇ 1% ਵੀ ਤੁਸੀਂ ਕੋਈ ਵੀ ਬੰਦਾ ਦੁਨੀਆ ਦਾ ਇਹ ਪ੍ਰੂਵ ਕਰ ਦਿਓ। ਹੁਣ ਇਹ ਗੋਲਡੀ ਬਰਾੜ ਹੋਣਾ ਦਾ ਵੀ ਜਿਹੜਾ ਆਡੀਓ ਆਇਆ ਉਹਦੇ ਵਿੱਚ ਜਦੋਂ ਅਸੀਂ ਉਹ ਰਿਤੇਸ਼ ਲੱਖੀ ਹੋਣਾ ਨਾਲ ਪੂਰੀ ਗੱਲਬਾਤ ਸੁਣਦੇ ਹਾਂ ਜੀ, ਉਹਦੇ 'ਚ ਇਸ ਗੱਲ ਨੂੰ ਜਸਟੀਫਾਈ ਨਹੀਂ ਕੀਤਾ ਜਾ ਰਿਹਾ ਕਿ ਜੇ ਤੁਸੀਂ ਕਿਸੇ ਨੂੰ ਮਾਰਿਆ ਤੇ ਉਹਦਾ ਰੀਜ਼ਨ ਕੀ ਹੈ, ਉਹਦੀ ਗਲਤੀ ਕੀ ਹੈ। ਹੁਣ ਉਹ ਕਹਿੰਦਾ ਕਿ ਵਿੱਕੀ ਮਿੰਡੂ ਖੇੜੇ ਮਰਡਰ ਦੇ ਵਿੱਚ ਇਨਵੋਲਵਮੈਂਟ ਸੀ, ਸ਼ਗਨਪ੍ਰੀਤ ਦਾ ਉਹਦੇ 'ਚ ਨਾਮ ਆਉਂਦਾ ਜੀ, ਤੇ ਉਹ ਤਾਂ ਉਹਦੇ ਪਿਤਾ ਨੇ ਕੱਲ ਸ਼ਗਨਪ੍ਰੀਤ ਬਾਰੇ ਵੀ, ਜੇ ਸ਼ਗਨਪ੍ਰੀਤ ਦਾ ਵੀ ਨਾਮ ਆਉਂਦਾ ਤਾਂ ਸਿੱਧੂ ਮੂਸੇਵਾਲਾ ਉਹਦੇ ਲਈ ਰਿਸਪੌਂਸੀਬਲ ਕਿਵੇਂ ਹੈ, ਇਹ ਗੱਲ ਪਰਿਵਾਰ ਕਹਿੰਦਾ ਕਿ ਉਹ ਕਹਿੰਦਾ ਕਿ ਸਾਨੂੰ ਤਾਂ ਸ਼ਗਨ ਜਦੋਂ ਆਉਂਦਾ ਰਿਹਾ, ਸ਼ਗਨ ਬਹੁਤ ਬੀਬਾ ਮੁੰਡਾ ਸੀ, ਪਰ ਜੇ ਉਹਦਾ ਕੋਈ ਇਨਵੋਲਵਮੈਂਟ ਹੈਗੀ ਵੀ ਹੈ ਤਾਂ ਫਿਰ ਉਹਦੇ 'ਚ ਸਿੱਧੂ ਮੂਸੇਵਾਲਾ ਇਨਵੋਲਵਡ ਕਿਵੇਂ ਹੈ। ਉਹਨੂੰ ਮੈਨੇਜਰ ਬਣਾ ਦਿੱਤਾ ਗਿਆ ਜਿਹੜਾ ਮੈਨੇਜਰ ਸੀਗਾ ਹੀ ਨਹੀਂ। ਮੈਨੇਜਰ ਤਾਂ ਉਹ ਕਹਿੰਦੇ ਬੰਟੀ ਬੈਂਸ ਹੈ ਸਾਡੇ ਮੁੰਡੇ ਦਾ ਜੀ। ਹੁਣ ਇਸ ਪੂਰੀ ਕਹਾਣੀ ਦੇ ਵਿੱਚ ਤੁਸੀਂ ਦੇਖੋ ਕਿ ਕਿੰਨੀਆਂ ਹੋਰ ਨਵੀਆਂ ਗੱਲਾਂ ਜੁੜਦੀਆਂ ਕਿ ਅੱਜ ਜਦੋਂ ਇਹ ਸਵਾਲ ਆਉਂਦਾ ਹੈ ਕਿ ਮਾਂ ਪਿਓ ਜਦੋਂ ਪੁਲਿਸ ਕਾਰਵਾਈ ਕਰ ਰਹੀ ਹੈ, ਕੰਮ ਕਰ ਰਹੀ ਹੈ, ਅਗਲੇ ਹੀ ਦਿਨ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਜਾ ਕੇ ਮੂਸੇ ਬਹਿ ਗਏ ਸੀ ਜੀ, ਕਿਉਂਕਿ ਸਰਕਾਰ ਨੂੰ ਫਰਕ ਪੈਂਦਾ ਇਸ ਗੱਲ ਦੇ ਨਾਲ ਜਦੋਂ ਉਹਦੇ ਪਿਤਾ ਬੋਲਦੇ ਆ ਕੁਝ ਜੀ ਜੀ। ਸਰਕਾਰ ਇਸ ਗੱਲ ਤੋਂ ਡਰ ਰਹੀ ਹੈ ਔਰ ਅੱਜ ਬਲਕੌਰ ਸਿੰਘ ਸਿੱਧੂ ਦੇ ਪਿਤਾ ਨਹੀਂ, ਅੱਜ ਬਲਕੌਰ ਸਿੰਘ ਪੂਰੀ ਦੁਨੀਆ ਦੇ ਵਿੱਚ ਉਹ ਸ਼ਖਸ ਨੇ ਜਿਨ੍ਹਾਂ ਦਾ ਲੋਕ ਐਸਾ ਰਿਗਾਰਡ ਕਰ ਰਹੇ ਆ ਬਿਲਕੁਲ, ਔਰ ਉਹ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਦੁਨੀਆ ਅੱਗੇ ਰੱਖਿਆ ਉਹ ਕਾਬਲੇ ਤਾਰੀਫ ਹੈ। ਇੱਕ ਪਿਓ ਦਾ ਪੁੱਤ ਦਾ ਚਲੇ ਜਾਣ ਤੋਂ ਬਾਅਦ ਜਿਸ ਤਰੀਕੇ ਨਾਲ ਉਹ, ਪਰ ਇੱਕ ਰਾਓ ਜੀ ਮੈਂ ਤੁਹਾਨੂੰ ਗੱਲ ਦੱਸਾਂ ਕਿ ਕਿਸੇ ਵੀ ਪੱਥਰ ਦਿਲ ਇਨਸਾਨ ਦੀ ਵੀ ਭੁੱਬ ਨਿਕਲ ਜੂ ਜੇ ਤੁਸੀਂ ਜਦੋਂ ਸਿੱਧੂ ਦੇ ਮਾਤਾ ਪਿਤਾ ਨੂੰ ਮਿਲਦੇ ਹੋ ਜਾ ਕੇ। ਬਿਲਕੁਲ, ਉਹ ਕਹਿੰਦੇ ਕਿ ਜੀਣ ਦਾ ਮਕਸਦ ਨਹੀਂ ਹੈ, ਵਾਕਈ ਸਿਰਫ ਤੁਰੇ ਫਿਰਦੇ ਆ। ਸਿਹਤ ਵੀ ਪਹਿਲਾਂ ਵਰਗੀ ਨਹੀਂ। ਪਹਿਲਾਂ ਤਾਂ ਅਸੀਂ ਕਈ ਵਾਰੀ ਇਹ ਗੱਲਾਂ ਕਰਦੇ ਹੁੰਦੇ ਸੀ ਕਿ ਸਿੱਧੂ ਦੇ ਪਿਤਾ ਦੀ ਉਮਰ ਲੱਗਦੀ ਨਹੀਂ ਕਿ ਜਿਵੇਂ ਉਹ ਜਿਸ ਤਰੀਕੇ ਨਾਲ ਤੁਰੇ ਫਿਰਦੇ ਸੀਗੇ ਔਰ ਬੜੇ ਹੈਲਦੀ। ਜੀ ਜੀ ਜੀ, ਪਰਮਾਤਮਾ ਉਹਨਾਂ ਨੂੰ ਸਿਹਤਯਾਬ ਕਰੇ। ਪਰ ਕੜੀ ਦਰ ਕੜੀ ਜੇ ਤੁਸੀਂ ਜੋੜਦੇ ਹੋ ਕਿ ਇਸ ਪੂਰੀ ਕਹਾਣੀ ਦੇ ਵਿੱਚ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਜਾਂ ਜਿਹੜੇ ਸ਼ੂਟਰ ਫੜੇ ਗਏ ਆ, ਉਹਨਾਂ ਤੋਂ ਇਲਾਵਾ ਕੇਕੜੇ ਵਰਗੇ ਜਿਨ੍ਹਾਂ ਨੇ ਰੈਕੀ ਕੀਤੀ ਆ, ਉਹ ਸਾਰੀਆਂ ਕੜੀਆਂ ਜੁੜਨ ਤੋਂ ਬਾਅਦ ਪਰਿਵਾਰ ਇਹ ਮੰਨਦਾ ਹੈ ਕਿ ਉਹਨਾਂ ਦੀ ਵੀ ਜਾਂਚ ਹੋਵੇ ਜਿਨ੍ਹਾਂ ਤੋਂ ਇਹ ਕਹਾਣੀ ਦੀ ਸ਼ੁਰੂਆਤ ਹੁੰਦੀ। ਉਹਨਾਂ ਨੇ ਇਹ ਵੀ ਕਿਹਾ ਸੀ, ਕਹਿੰਦੇ ਖੁਲਾਸਾ ਵੀ ਅਸੀਂ ਕਰਾਂਗੇ ਆਉਣ ਵਾਲੇ ਦਿਨਾਂ 'ਚ। ਕੀ ਕਰਨਗੇ, ਕਰ ਸਕਦੇ ਨੇ? ਮੈਨੂੰ ਲੱਗਦਾ ਹੈ ਕਿ ਸ਼ਾਇਦ, ਪਰ ਕਿਉਂਕਿ ਇੱਕ ਤਾਂ ਇਹ ਹੈ ਕਿ ਉਹ ਇਹ ਹਾਲਾਤ ਹੀ ਨਹੀਂ ਹੈ ਕਿ ਉਹ ਮੀਡੀਆ ਸਾਹਮਣੇ ਆ ਕੇ ਬੋਲਣ। ਦੂਜਾ, ਬਤੌਰ ਮੀਡੀਆ ਵੀ ਤੁਹਾਡੀ ਇਹ ਹਿੰਮਤ ਹੀ ਨਹੀਂ ਪੈਂਦੀ ਕਿ ਕੋਈ ਬੰਦਾ ਉਹਨਾਂ ਨੂੰ ਇਹ ਗੱਲ ਕਵੇ ਕਿ ਆਪਾਂ ਔਨ ਕੈਮਰਾ ਗੱਲ ਕਰ ਲਈਏ, ਜਾਂ ਇੱਕ ਕਰਟਸੀ ਹੁੰਦੀ ਹੈ ਕਿ ਤੁਸੀਂ ਜਦੋਂ ਉਹਨਾਂ ਦੇ ਸਾਹਮਣੇ ਖੜੇ ਹੋ ਤੇ ਤੁਹਾਡਾ ਸਿਰ ਝੁਕਿਆ ਹੀ ਹੈ। ਜੀ ਜੀ, ਕਿਉਂਕਿ ਕਿਤੇ ਨਾ ਕਿਤੇ ਕੁਝ %
ਮੀਡੀਆ ਇਹ ਮਹਿਸੂਸ ਕਰਦਾ ਹੈ ਕਿ ਸ਼ਾਇਦ ਅਸੀਂ ਜੇ ਉਹ ਖਬਰਾਂ ਨਾ ਚਲਾਉਂਦੇ ਕਿ ਉਹਦੀ ਸਿਕਿਉਰਿਟੀ ਵਾਪਸ ਲੈ ਲਈ ਤਾਂ ਜੀ ਬਿਲਕੁਲ ਇੱਕ ਬਹੁਤ ਵੱਡਾ ਡਰ ਜਿਹੜਾ ਹੈ ਉਹ ਹੁੰਦਾ। ਪਰ ਤੁਸੀਂ ਜਿਹੜੀ ਅੱਜ ਦੇ ਐਪੀਸੋਡ ਦੀਆਂ ਕੜੀਆਂ ਨੇ ਕਿ ਉਹ ਪੈਸਾ ਕਿੱਥੇ ਜਾ ਰਿਹਾ ਸੀ, ਫਿਰ ਸਿੱਧੂ ਇੰਨਾ ਜ਼ਿਆਦਾ ਉਹਨਾਂ ਦੇ ਨਾਲ ਕਿਉਂ ਇਨਵੋਲਵਡ ਸੀਗਾ, ਮਾਂ-ਪਿਓ ਦੇ ਦਖਲ ਤੋਂ ਬਾਅਦ ਜਦੋਂ ਉਹ ਆਪਦੇ ਪੈਰਾਂ ਤੇ ਹੁੰਦਾ ਤਾਂ ਫਿਰ ਉਹ ਬਾਕੀ ਦੋਸਤਾਂ ਨੂੰ ਦਿੱਕਤ ਕਿਉਂ ਆਉਂਦੀ ਹੈ, ਐਸਾ ਕੀ ਚੱਲ ਰਿਹਾ ਸੀ? ਬਿਲਕੁਲ ਕਿ ਕਿਤੇ ਨਾ ਕਿਤੇ ਹੈ ਕਿ ਪੈਸੇ ਦਾ ਉਹ ਹੇਰ-ਫੇਰ ਹੋ ਰਿਹਾ ਸੀ, ਪਰਿਵਾਰ ਪਹੁੰਚਿਆ, ਪਿਤਾ ਨੂੰ ਪਤਾ ਚੱਲ ਗਈਆਂ ਗੱਲਾਂ। ਗੀਤ 47 ਗੀਤ ਲੀਕ ਹੋਏ, ਉਹਦਾ ਪੋਸਟਰ ਬਣਿਆ ਬਕਾਇਦਾ। ਉਹ ਗੀਤ ਲੀਕ ਕਿਉਂ ਕੀਤੇ ਗਏ? ਕਿਹੜੇ ਦੋਸਤ ਇਹਦੇ ਉਸ ਗੀਤ ਲੀਕ ਕਰਨ ਦੇ ਵਿੱਚ ਸ਼ਾਮਲ ਰਹੇ? ਜਿਹੜੇ ਸਾਹਮਣੇ ਸੀਸੀਟੀਵੀ ਲੱਗੇ ਆ ਉਹਨਾਂ ਦੀ ਜਾਂਚ ਹੋ ਜੇ ਕਿ ਕੀ ਉਹ ਸੀਸੀਟੀਵੀ ਸਿੱਧੂ ਦੇ ਘਰ ਵੱਲ ਡਾਇਰੈਕਟਡ ਤਾਂ ਨਹੀਂ ਸੀਗੀ, ਉਹਦੀ ਪੁਰਾਣੀ ਫੁਟੇਜ ਦੀ ਜਾਂਚ ਹੋ ਜਾਣੀ ਚਾਹੀਦੀ। ਜੇ ਉਹ ਨਿਰਦੋਸ਼ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਕਲੀਨ ਚਿੱਟ ਦਿਓ ਕਿਸੇ ਨੂੰ ਵੀ, ਕੋਈ ਵੀ ਨਿਰਦੋਸ਼ ਵਿਅਕਤੀ ਨੂੰ ਸਜ਼ਾ ਨਾ ਹੋਵੇ। ਹਰੇਕ ਮਾਂ ਦਾ ਪੁੱਤ ਇੰਪੋਰਟੈਂਟ ਹੈ। ਜੇ ਸਿੱਧੂ ਇੰਪੋਰਟੈਂਟ ਹੈ ਤੇ ਜਗਤਾਰ ਤੇ ਜੋਤੀ ਵੀ ਇੰਪੋਰਟੈਂਟ ਹੈ ਆਪਦੇ ਮਾਂ ਪਿਓ ਵਾਸਤੇ, ਪਰ ਜੇ ਉਹਨਾਂ ਦੀ ਕੋਈ ਇਨਵੋਲਵਮੈਂਟ ਹੈ ਤਾਂ ਉਹਨਾਂ ਨੂੰ ਸਜ਼ਾ ਹੋਵੇ। ਸ਼ਗਨਪ੍ਰੀਤ ਦੀ ਜੇ ਇਨਵੋਲਵਮੈਂਟ ਹੈ ਤਾਂ ਸ਼ਗਨਪ੍ਰੀਤ ਨੂੰ ਸਜ਼ਾ ਹੋਵੇ। ਵਿੱਕੀ ਮਿੱਡੂ ਖੇੜੇ ਕਤਲ ਦੇ ਵਿੱਚ ਆਪਾਂ ਇੱਕ ਐਪੀਸੋਡ 'ਚ ਇਹ ਵੀ ਜ਼ਿਕਰ ਕੀਤਾ ਸੀ ਕਿ ਅਸੀਂ ਸਿੱਧੂ ਦਾ ਦਰਦ ਜਾਣਦੇ ਆ, ਪਰ ਵਿੱਕੀ ਵੀ ਕਿਸੇ ਮਾਂ ਦਾ ਪੁੱਤ ਸੀਗਾ, ਉਹਦਾ ਦਰਦ ਵੀ ਸਾਨੂੰ ਦੇਖਣਾ ਚਾਹੀਦਾ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਇੱਕ ਕਤਲ ਹੋਇਆ ਤਾਂ ਫਿਰ ਤੁਸੀਂ ਦੂਜਾ ਬੰਦਾ ਮਾਰ ਦਿਓਗੇ। ਇਸ ਪੂਰੀ ਕਹਾਣੀ ਦੇ ਵਿੱਚ ਜਿਹੜੇ ਸਿੱਧੂ ਦੇ ਮਾਂ-ਪਿਓ ਦੇ ਵਰਜਨ ਨੇ ਉਹ ਬਹੁਤ ਇੰਪੋਰਟੈਂਟ ਨੇ। ਠੀਕ ਹੈ, ਉਹ ਪੁਲਿਸ ਦੇ ਅੱਗੇ ਆਪਦੀ ਗੱਲ ਰੱਖ ਰਹੇ ਆ, ਉਹ ਦਰਖਾਸਤਾਂ ਦੇ ਰਹੇ ਆ, ਜਾਂ ਉਹ ਪੁਲਿਸ ਦੇ ਨਾਲ ਹਾਲੇ ਉਹ ਮੀਡੀਆ ਦੇ ਵਿੱਚ, ਕਿਉਂਕਿ ਲੋਕਾਂ ਅੱਗੇ ਗੱਲ ਰੱਖਣ ਫਾਇਦਾ ਤਾਂ ਨਹੀਂ ਹੋਣਾ, ਪਰ ਮੈਨੂੰ ਲੱਗਦਾ ਹੈ ਕਿ ਉਹਨੂੰ ਗੈਂਗਸਟਰ ਕਹਿ ਦੇਣਾ ਜਾਂ ਗੈਂਗਸਟਰਾਂ ਦੇ ਨਾਲ ਜੋੜ ਦੇਣਾ ਮੰਦਭਾਗਾ ਹੈ ਜੀ। ਇਸ ਗੱਲ ਦੀ ਤਸਦੀਕ ਵੀ ਉਹ ਕਰਦੇ ਮਾਂ-ਪਿਓ ਵੀ, ਜਿਹੜੀ ਆਪਾਂ ਇੱਕ ਐਪੀਸੋਡ ਦੇ ਵਿੱਚ ਗੱਲ ਕੀਤੀ ਸੀ ਨਾ ਭਾਗੋ ਮਾਜਰੇ ਵਾਲੇ ਟੂਰਨਾਮੈਂਟ ਦੀ, ਉਹ ਮੰਨਦੇ ਆ ਕਿ ਸਵੇਰੇ ਲਾਰੈਂਸ ਦਾ ਫੋਨ ਆਇਆ ਸੀ, ਪਰ ਉਹ ਕਹਿੰਦੇ ਕਿ ਫੋਨ ਆਇਆ ਕੁਝ ਘੰਟੇ ਪਹਿਲਾਂ। ਸਿੱਧੂ ਨੇ ਨਵੀਂ ਗੱਲ ਜਿਹੜੀ ਪਤਾ ਲੱਗੀ, ਉਹਨਾਂ ਨੇ ਕਿਹਾ ਕਿ ਸਿੱਧੂ ਨੇ ਲਾਰੈਂਸ ਨੂੰ ਇਹ ਗੱਲ ਕਹੀ ਕਿ ਤੂੰ ਮੈਨੂੰ ਕੁਝ ਦਿਨ ਪਹਿਲਾਂ ਕਹਿ ਦਿੰਦਾ ਤਾਂ ਸ਼ਾਇਦ ਮੈਂ ਨਾ ਜਾਂਦਾ। ਪੋਸਟਰ ਛਪ ਗਏ, ਮੌਕੇ ਤੇ ਸਾਰਾ ਕੁਝ ਹੋ ਗਿਆ, ਮੈਂ ਉਹਨਾਂ ਨੂੰ ਵਾਅਦਾ ਕਰਤਾ, ਹੁਣ ਮੈਂ ਕਿਵੇਂ ਨਾ ਕਰਦੇ ਆ ਜਾਣ ਤੋਂ। ਜੇ ਕਦੇ ਪਹਿਲਾਂ ਗੱਲ ਹੋਈ ਹੁੰਦੀ ਤਾਂ ਸ਼ਾਇਦ ਮੈਂ ਨਾ ਜਾਂਦਾ। ਤਾਂ ਇਹਦਾ ਮਤਲਬ ਇਸ ਗੱਲ ਦੀ ਵੀ ਤਸਦੀਕ ਹੈ ਕਿ ਲਾਰੈਂਸ ਨੇ ਫੋਨ ਕੀਤਾ। ਵਿੱਕੀ ਮਿੱਡੂ ਖੇੜਾ ਵਾਲੇ ਮਾਮਲੇ ਦੇ ਵਿੱਚ ਵੀ ਪਰਿਵਾਰ ਇਸ ਗੱਲ ਚਾਹੁੰਦਾ ਹੈ ਕਿ ਇਹ ਦੁਨੀਆ ਅੱਗੇ ਕਲੀਅਰ ਹੋਵੇ ਵੀ ਸਾਡੇ ਪੁੱਤ ਦਾ ਕੋਈ ਰੋਲ ਨਹੀਂ ਹੈ ਉਹਦੇ ਵਿੱਚ। ਹੁਣ ਉਹ ਸ਼ਗਨਪ੍ਰੀਤ ਕਰਕੇ ਸਿਰਫ ਜਿੱਥੇ ਕਹਾਣੀ ਆ ਕੇ ਜੁੜਦੀ, ਇਸ ਤੋਂ ਇਲਾਵਾ ਤਾਂ ਹੋਰ ਕੁਝ ਵੀ ਗੱਲ ਨਹੀਂ ਹੈ। ਬਿਲਕੁਲ ਨਹੀਂ। ਤੁਸੀਂ ਵੀ ਇਹਨਾਂ ਦਿਨ ਦੀ ਰਿਪੋਰਟਿੰਗ ਕਰ ਰਹੇ ਹੋ ਇਸ ਮਸਲੇ ਦੇ ਉੱਤੇ। ਸ਼ਗਨਪ੍ਰੀਤ ਵਾਲੇ ਮੈਟਰ ਤੋਂ ਇਲਾਵਾ ਹੋਰ ਕੋਈ ਮੈਟਰ ਹੀ ਨਹੀਂ ਹੈ, ਜਿਹਦੇ ਤੇ ਉਹਦੀ ਇਨਵੋਲਵਮੈਂਟ ਜਿਹੜੀ ਹੈ ਉਹ ਸਾਬਤ ਹੁੰਦੀ। ਜੀ। ਤਾਂ ਇਸ ਪੂਰੇ ਮੈਟਰ 'ਚ ਹੁਣ ਚਾਰਜਸ਼ੀਟ ਦਾਖਲ ਹੋਣੀ ਹੈ। ਚਾਰਜਸ਼ੀਟ ਦੇ ਵਿੱਚ ਤਕਰੀਬਨ 15 ਵੱਖਰੇ ਬੰਦਿਆਂ ਦੇ ਨਾਮ ਜਿਹੜੇ ਸਾਡੇ ਤੱਕ ਇਨਫੋਰਮੇਸ਼ਨ ਹੈ ਕਿ ਉਹ ਜਿਹੜੇ ਸ਼ਾਮਲ ਕੀਤੇ ਗਏ ਹੈ। ਤਕਰੀਬਨ 40 ਦੇ ਨੇੜੇ ਗਵਾਹੀਆਂ ਜਿਹੜੀਆਂ ਉਹ ਹੋ ਸਕਦੀਆਂ ਸ਼ਾਮਲ, ਜਿਹਦੇ 'ਚ ਮੌਜੂਦਾ ਉੱਥੇ ਲੋਕ ਸੀਗੇ, ਪਰਿਵਾਰਕ ਮੈਂਬਰ ਨੇ, ਡਾਕਟਰਸ ਜਿਨ੍ਹਾਂ ਨੇ ਪੋਸਟਮਾਰਟਮ ਕੀਤਾ, ਡਾਕਟਰਸ ਜਿਨ੍ਹਾਂ ਨੇ ਬਾਅਦ ਦੇ ਵਿੱਚ ਉਹਨਾਂ ਦੇ ਮੈਡੀਕਲ ਕੀਤੇ, ਜਿਨ੍ਹਾਂ ਨੇ ਜਿਹੜੇ ਇੱਥੇ ਲਾਰੈਂਸ ਤੋਂ ਲੈ ਕੇ ਤਮਾਮ ਉਹ ਲਿਆਂਦੇ, ਔਰ ਹੋਰ ਅਮਲਾ ਜਿਹੜਾ ਸਾਰਾ, ਉਹ ਸਾਰੇ ਗਵਾਹੀਆਂ ਇਸ ਕੇਸ 'ਚ ਹੋਣੀਆਂ। ਪਰ ਇਸ ਦਾ ਇਨਸਾਫ ਪਰਿਵਾਰ ਇਸ ਗੱਲੋਂ ਨਹੀਂ ਚਾਹੁੰਦਾ ਕਿ ਇਕੱਲੇ ਲਾਰੈਂਸ ਤੱਕ ਜਾਂ ਗੋਲਡੀ ਤੱਕ ਸੀਮਤ ਰੱਖ ਕੇ ਚੱਲਿਆ ਜਾਵੇ। ਇਹ ਸ਼ੁਰੂਆਤ ਤੋਂ, ਔਰ ਮੈਨੂੰ ਲੱਗਦਾ ਹੈ ਕਿ ਇੱਕ ਨਾ ਇੱਕ ਦਿਨ ਜਦੋਂ ਉਹਨਾਂ ਦੀ ਥੋੜ੍ਹੀ ਜਿਹੀ ਮਾਨਸਿਕ ਸਥਿਤੀ, ਕਿਉਂਕਿ ਤੁਸੀਂ ਉਹੋ ਜਿਹੀ ਸੁਣਦੇ ਹੋ, ਠੀਕ ਹੋਊਗੀ ਤਾਂ ਉਹ ਆ ਕੇ ਦੁਨੀਆ ਅੱਗੇ ਗੱਲ ਆਪਦੀ ਹੈ ਜ਼ਰੂਰ ਰੱਖਣਗੇ। ਪਰ ਸਿੱਧੂ ਨੂੰ ਗੈਂਗਸਟਰ ਦੇ ਨਾਲ ਜੋੜਨਾ ਜਾਂ ਇਹਨੂੰ ਇਹ ਗੈਂਗਸਟਰ ਦੀ ਘਟਨਾ ਕਹਿ ਦੇਣਾ, ਇਹ ਦੁੱਖ ਦੀ ਗੱਲ ਜਿਹੜੀ ਹੈ ਉਹ ਪਰਿਵਾਰ ਨੇ ਕਹੀ ਜੀ।